today's edition of American Politics with Harpreet Singh Toor। आप सब ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਸ਼ਲੋਮ। ਅਸੀਂ ਇਸ ਸਾਲ 2021 ਦੇ ਵਿੱਚ ਆਲਰੇਡੀ ਵੀ ਆਰ ਇਨ ਸੈਕੰਡ ਮੰਥ ਆਫ 2021 ਔਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਸੈਕੰਡ ਟ੍ਰਾਇਲ ਹੈ ਜਿਹੜੀ ਇੰਪੀਚਮੈਂਟ ਹੈ ਉਹ ਸੈਨੇਟ ਦੇ ਵਿੱਚ ਸ਼ੁਰੂ ਹੋ ਗਈ ਹੈ। This is the first time in American history ਕਿ ਇੱਕ sitting president has been impeached twice, ਔਰ ਉਹ ਵੀ 2 ਸਾਲਾਂ ਦੇ ਵਿੱਚ ਕੁਛ ਇੱਕ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਡੈਫੀਨਿਟਲੀ ਡਿਸਕਸ ਕਰਨੀਆਂ ਆ, ਜ਼ਰੂਰੀ ਆ ਆਪਣੇ ਵਾਸਤੇ, ਬਟ we're going to do it after the break। ਉਹ ਤੋਂ ਪਹਿਲਾਂ ਮੈਂ ਨਾ ਕੁਛ ਇੱਕ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈਗਾ ਉਹਦੇ ਉੱਤੇ ਮੈਂ ਟਿੱਪਣੀ ਕਰਨੀ ਚਾਹੁੰਦਾ। ਜਿਹੜਾ ਨਾ ਬਾਰ-ਬਾਰ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਇਸ ਇਸ਼ੂ ਨੂੰ ਸਿਰਫ ਪੰਜਾਬ ਦੇ ਨਾਲ ਲਿੰਕ ਕਰਨ ਦੀ ਤੇ ਸਿੱਖਾਂ ਦੇ ਨਾਲ ਲਿੰਕ ਕਰਨ ਦੀ, ਔਰ ਸਿੱਖਾਂ ਨੂੰ ਐਸ ਜਿਹੜਾ ਵੀ ਬੰਦਾ ਉਸ ਵਾਇਸ ਨੂੰ ਰੇਜ਼ ਕਰ ਰਿਹਾ ਵੀ ਇਹ ਜ਼ਿਆਦਤੀ ਹੋ ਰਹੀ ਹੈਗੀ ਆ, ਉਸ ਇਨਸਾਨ ਨੂੰ ਜੁਦੇ ਲਾਜ਼ ਦੇ ਅੰਡਰ ਉਹਨਾਂ ਨੂੰ ਇੰਪਲੀਕੇਟ ਕਰਨਾ, ਉਹਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਨੀ, ਔਰ ਜੇ ਕੋਈ ਬਾਹਰੋਂ ਬੋਲਦਾ ਤਾਂ ਉਹਨੂੰ ਕਹਿਣਾ ਵੀ ਤੂੰ ਭਾਈ ਖਾਲਿਸਤਾਨੀ ਆ। ਗੌਰਮੈਂਟ ਦੀ ਟਿਪੀਕਲ ਰਿਸਪੌਂਸ ਆ ਜਿਹੜੀ ਉਹ ਇਹ ਆ ਵੀ ਜਿੱਦਾਂ ਨਾ ਆਪਣੇ ਹੁੰਦੀ ਹੈਗੀ ਆ ਮਾਸਟਰ ਐਂਡ ਸਲੇਵ ਦਾ ਰਿਲੇਸ਼ਨਸ਼ਿਪ ਆ। ਦੈਟਸ ਹਾਊ ਆਈ ਐਮ ਲੁਕਿੰਗ ਐਟ ਇਟ ਕਿ ਜਿਹੜਾ ਮਾਸਟਰ ਆ ਉਹ ਇਹ ਕਹਿੰਦਾ ਵੀ ਜੋ ਵੀ ਮੈਂ ਕਹਿ ਰਿਹਾ ਉਹ ਸਹੀ ਆ, ਪਰ ਜੇ ਤੁਸੀਂ ਮੇਰੇ ਜੋ ਮੈਂ ਕਹਿ ਰਿਹਾ ਉਹਨੂੰ ਨਹੀਂ ਮੰਨਦੇ ਤਾਂ ਤੁਸੀਂ ਇਹਦਾ ਮਤਲਬ ਇਹ ਆ ਵੀ ਤੁਸੀਂ ਦੇਸ਼ ਧਰੋਹੀ ਹੋ, ਔਰ ਤੁਸੀਂ ਦੇਸ਼ ਦਾ ਟੁਕੜੇ ਕਰਤੇ ਤੁਲੇ ਹੋ, ਤਾਂ ਤੁਸੀਂ ਦੇਸ਼ ਦਾ ਨੁਕਸਾਨ ਕਰ ਰਹੇ ਹੋ। ਯਾਨੀ ਕਿ ਭਈ ਡਿਸਕਸ਼ਨ ਨਾਂ ਦੀ ਚੀਜ਼ ਆ ਜਿਹੜੀ ਉਹਨੂੰ ਟੋਟਲੀ ਇਗਨੋਰ ਕੀਤਾ ਜਾ ਰਿਹਾ ਹੈਗਾ ਆ। ਬਿੱਲ ਪਾਸ ਕਰਨ ਵੇਲੇ ਕੋਈ ਡਿਸਕਸ਼ਨ ਨਹੀਂ ਸੀ ਹੋਈ, ਬਿੱਲ ਪਾਸ ਹੋਣ ਤੋਂ ਬਾਅਦ ਵੀ ਕੋਈ ਡਿਸਕਸ਼ਨ ਨਹੀਂ ਹੋਈ, ਔਰ ਹੁਣ ਵੀ ਆ ਜਿਹੜਾ ਕੋਸ਼ਿਸ਼ ਆ ਜਿਹੜਾ ਜੇ ਕੋਈ ਬਾਹਰੋਂ ਕੋਈ ਗੱਲਬਾਤ ਕਰਦਾ, ਮੈਂ ਆਪਣੀ ਵੀ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਹੈਗਾ। ਕੁਛ ਇੱਕ ਬੰਦੇ ਆ ਜਿਹੜੇ ਕਿ ਆਈ ਹੇਟ ਟੂ ਕਾਲ them ਮੋਦੀ ਭਗਤ, ਬਟ ਆਈ ਵੁੱਡ ਕਾਲ them ਮੋਦੀ ਭਗਤ ਕਿਉਂਕਿ they are refusing to look at certain things beyond that। ਔਰ ਮੈਨੂੰ ਤੇ ਹੋਰ ਮੇਰੇ ਵਰਗੇ ਜਿਹੜੇ ਓਪਨਲੀ ਜਿਹੜੇ ਵਿਚਾਰ ਵਗੈਰਾ ਰੱਖਦੇ ਹੈਗੇ ਉਹਨਾਂ ਨੂੰ ਟੈਰੋਰਿਸਟ ਜਾਂ ਖਾਲਿਸਤਾਨੀ ਐਲੀਮੈਂਟ ਅਟੈਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਔਰ ਮੈਂ ਇੱਕ ਤੁਹਾਡੇ ਨਾਲ ਨਾ ਬੜੀ ਇੱਕ ਫਰੀਡਮ ਆਫ ਸਪੀਚ ਦੀ ਜਾਂ ਗੱਲ ਚੱਲਦੀ ਹੈਗੀ ਆ, ਬੜਾ ਨਾ ਸੋਚਣ ਵਾਲੀ ਇਹ ਗੱਲ ਹੈਗੀ ਆ। ਮੈਂ ਅੱਗੇ ਵੀ ਇਹ ਆਪਣੇ ਸ਼ੋਜ਼ ਦੇ ਉੱਤੇ ਸ਼ੇਅਰ ਕਰ ਚੁੱਕਾ ਆ ਸਰੋਤਿਆਂ ਦੇ ਨਾਲ। ਮੈਂ ਦੁਬਾਰਾ ਅੱਜ 2 ਉਦਾਹਰਨਾਂ ਮੈਂ ਸ਼ੇਅਰ ਕਰਨੀਆਂ, ਔਰ ਬਹੁਤ ਜ਼ਰੂਰੀ ਆ। ਤੁਸੀਂ ਇਹ ਉਦਾਹਰਨਾਂ ਜਿਹੜੀਆਂ ਤੁਸੀਂ ਇਹ ਨਾ ਕਿਹੋ ਭਈ ਮੈਂ ਕਿਹਾ, ਤੂਰ ਨੇ ਕਿਹਾ ਔਰ ਇਸ ਕਰਕੇ ਅਸੀਂ ਮੰਨ ਰਹੇ ਹੈਗੇ। ਨੋ, ਮੈਂ ਚਾਹੁੰਦਾ ਵੀ ਤੁਸੀਂ ਇਹਨਾਂ ਨੂੰ ਗੂਗਲ ਕਰੋ। ਗੂਗਲ ਕਰਕੇ ਤਾਂ ਤੁਹਾਨੂੰ ਪਤਾ ਲੱਗੇ ਵੀ ਫਰੀਡਮ ਆਫ ਸਪੀਚ ਦੀ ਵੈਲਿਊ ਕੀ ਆ ਔਰ ਕੀ ਹੁੰਦੀ ਆ। ਪਹਿਲੀ ਉਦਾਹਰਣ ਹੈ ਜਿਹੜੀ ਉਹ ਇਹ ਆ ਵੀ ਟੈਕਸਾਸ ਦੇ ਵਿੱਚ, ਜੋ ਕਿ ਲੋਨ ਸਟਾਰ ਸਟੇਟ ਵੀ ਕਹੀ ਜਾਂਦੀ ਹੈਗੀ ਆ ਅਮਰੀਕਾ ਦੇ ਵਿੱਚ, ਉਹਦੀ ਸੁਪਰੀਮ ਕੋਰਟ ਦੀਆਂ ਪੌੜੀਆਂ ਦੇ ਉੱਤੇ ਇੱਕ ਨੌਜਵਾਨ ਮੁੰਡੇ ਨੇ ਅਮਰੀਕਾ ਦੇ ਝੰਡੇ ਨੂੰ ਅੱਗ ਲਾ ਕੇ ਤਾਂ ਡਿਸਟਰੋਏ ਕੀਤਾ। ਪਹਿਲੀ ਗੱਲ ਇਹ ਆ ਵੀ ਕਿ ਮੈਂ ਉਸ ਚੀਜ਼ ਦੇ ਹੱਕ 'ਚ ਆ ਵੀ ਇਹ ਕੰਮ ਹੋਣਾ ਚਾਹੀਦਾ ਹੈਗਾ ਆ। ਟੈਕਨੀਕਲੀ ਨੋ, ਆਈ ਪਰਸਨਲੀ ਡੋਂਟ ਬਲੀਵ ਕਿ ਝੰਡੇ ਦੀ ਹੈ ਜਿਹੜੀ ਉਹ ਬੇਅਦਬੀ ਕੀਤੀ ਜਾਣੀ ਚਾਹੀਦੀ ਆ, ਕਿਉਂਕਿ ਇਟਸ ਸਮਥਿੰਗ ਟੂ ਬੀ ਪ੍ਰਾਊਡ ਆਫ, ਠੀਕ ਹੈ ਜੀ। ਪਰ ਟੈਕਸਾਸ ਦੀ ਸੁਪਰੀਮ ਕੋਰਟ ਨੇ, ਪੁਲਿਸ ਵਾਲਿਆਂ ਨੇ ਉਹਨੂੰ ਮੁੰਡੇ ਨੂੰ ਅਰੈਸਟ ਕਰ ਲਿਆ, ਪਰ ਟੈਕਸਾਸ ਦੀ ਸੁਪਰੀਮ ਕੋਰਟ ਨੇ ਉਸ ਮੁੰਡੇ ਨੂੰ ਟੋਟਲੀ ਫ੍ਰੀ ਕਰ ਦਿੱਤਾ। ਉਹ ਕਹਿੰਦੇ ਭਈ ਅੰਡਰ ਦਾ ਫਰੀਡਮ ਆਫ ਸਪੀਚ ਹੀ ਹੈਜ਼ ਦਾ ਰਾਈਟ ਟੂ ਡੂ ਵਾਟ ਹੀ ਡਿਡ। ਉਹ ਕਹਿੰਦੇ ਵੀ ਡੋਂਟ ਕੰਡੋਨ ਵਾਟ ਹੀ ਡਿਡ, ਪਰ ਕਿਉਂਕਿ ਉਹਦਾ ਹੱਕ ਬਣਦਾ ਇਸ ਕਰਕੇ ਅਸੀਂ ਉਹਨੂੰ ਸਜ਼ਾ ਨਹੀਂ ਦੇ ਸਕਦੇ। ਔਰ ਤੁਸੀਂ ਅਮਰੀਕਾ ਦਾ ਝੰਡਾ ਆ ਜਿਹੜਾ ਉਹ ਦੇਖ ਲਓ ਤੁਸੀਂ ਕਿੰਨੀ ਕੁ ਵੈਲਿਊ ਆ, ਔਰ ਹਿੰਦੁਸਤਾਨੀ ਝੰਡਾ ਆ ਜਿਹੜਾ ਉਹਨੂੰ ਤੁਸੀਂ ਜੇ ਥੱਲੇ ਵੀ ਰੱਖ ਲੈਂਦੇ ਹੋ ਨਾ, ਤਾਂ ਗਲਤੀ ਨਾਲ ਕਿਤੇ ਉੱਤੇ ਪੈਰ ਵੀ ਰੱਖ ਦਿੱਤਾ ਤਾਂ ਤੁਹਾਨੂੰ ਦੇਸ਼ ਧਰੋਹੀ ਬਰਕਰਾਰ ਦੇ ਕੇ ਤਾਂ ਉਸੇ ਵੇਲੇ ਤੁਹਾਡੇ ਉੱਤੇ ਸੈਡੀਸ਼ਨ ਦਾ ਚਾਰਜ ਆ ਜਿਹੜਾ ਲਾਤਾ ਜਾਂਦਾ ਹੈ ਵੀ ਯੂ ਆਰ ਟਰਾਈਂਗ ਟੂ ਸੈਸੀਡ ਫਰੋਮ ਦਾ ਕੰਟਰੀ। ਉਹ ਗੱਲ ਜੁਦੀ ਆ ਵੀ ਉਹ ਕਹਿੰਦੇ ਜੀ ਯਾ ਸਾਡੇ ਮੁਲਕ ਦੇ ਵਿੱਚ ਫਰੀਡਮ ਆਫ ਸਪੀਚ ਹੈਗੀ ਆ। ਦੂਜੀ ਉਦਾਹਰਣ,
यूएनओ का सैशन सी और ईरान का प्रेजिडेंट जिहड़ा हैगा आ मोहम्मद अहमद निजाद, वो प्रेजिडेंट सी ईरान का, वो यूएनओ के उत्ते स्पीच के वास्ते आया। और जदों आया उस वक्त उसने कोलंबिया यूनिवर्सिटी दे विच लैक्चर देना सी। कोलंबिया यूनिवर्सिटी के डीन ने उन्होंने इनवाइट किया भी तू आके साडी यूनिवर्सिटी दे विच लैक्चर दे। जिहड़ी इंटरस्टिंग चीज़ है वो ये आ कि उस वक्त न्यूयॉर्क सिटी का मेयर सी जिहड़ा वो सीगा सी मिस्टर रूडी जुलियानी, जो कि इस वक्त ट्रंप भगत बनिया है। और जब तुसीं कुछ एक चीज़ां जो रूडी जुलियानी अज कर रहा ते जो मेयर सी उदों करदा सी, उहनां दे विच ना यू सी द सम सिमिलैरिटीज। रूडी जुलियानी ने कोलंबिया यूनिवर्सिटी के डीन नूं यह लिखिया भी तू ईरान के प्रेजिडेंट नूं एक स्टेज दे रहा बोलण वास्ते ते तैनूं कोई हक नहीं बनता वो स्टेज देण दा। इंटरस्टिंगली जिहड़ा डीन सी कोलंबिया यूनिवर्सिटी का, उन्हें रूडी जुलियानी नूं चिट्ठी दे के लिखिया, कहंदा भी तुहाडा जिहड़ा मैनूं जो तुसीं कहा हैगा आ वो ठीक है, थैंक यू फॉर ब्रिंगिंग इट टू माई अटेंशन, बट एट द सेम टाइम वो कहंदा भी it's a independent institution. We do not fall under New York City, and you have no right to dictate us what to do and what not to do. Similarly, as we don't have any right to dictate to you how to run your city. You have the right to invite whosoever you want to invite to City Hall. Who you do not want to invite to City Hall, you do not have to, and we do not ask you to do that. जिवें जी लैंग्वेज एग्जैक्टली यानी कि भी थोड़ी बहुत खब्बे सज्जे हो सकती, बट दैट वाज द यू नो क्रस्ट ऑफ इट। और उसदे नाल उहने ये लिखिया भी जदों तुसीं रन करदे हो सिटी नूं, असीं तुहानूं बिना अनलैस यू आस्क अस वी डोंट से एनीथिंग एंड वी डोंट गिव यू एनी एडवाइस। सेम वे जो असीं करदे हां, जद सानूं तेरी एडवाइस की लोड़ होगी वी विल आस्क यू। ठीक है जी। सो मेयर ते डीन दा कोलंबिया यूनिवर्सिटी दे दा न्यूयॉर्क सिटी दा मेयर रूडी जुलियानी ते कोलंबिया यूनिवर्सिटी दे डीन दी कन्वर्सेशन है जिहड़ी इत्थे खत्म हो गई। द प्रेजिडेंट डिड स्पीक एट कोलंबिया यूनिवर्सिटी। जिहड़ी इंटरस्टिंग चीज़ सी जिहड़ी कि साडे वास्ते समझण दी लोड़ है, जद उहनूं इंट्रोड्यूस कीता गया उत्थे सवाल रखे गए जिहदे विच उहनां नूं पुछिया गया भई इन्हां सवालां दे सानूं जवाब चाहीदे। हुण सवाल इस चीज़ दा आ गया भई जिहड़ा ओह अपना President Ahmed Nejad he did not want to answer some of the questions, क्योंकि वो ਜਿਹੜੇ ਸਵਾਲ ਸੀਗੇ ਸੀ ਉਹ ਸਵਾਲ ਹੈ ਜਿਹੜੇ those were uncomfortable questions। ਠੀਕ ਹੈ ਜੀ। ਉਹਦੇ ਨਾਲ ਕੀ ਹੋਇਆ ਭਈ ਜਦੋਂ ਬੋਲ ਕੇ ਹਟ ਗਿਆ ਦਾ ਸਪੀਕਰ ਜਿਹਨੇ ਉਹਨੂੰ ਇੰਟਰੋਡਿਊਸ ਕੀਤਾ ਸੀਗਾ ਸੀ ਭਈ ਹੀ ਇਜ਼ ਗੋਇੰਗ ਟੂ ਸਪੀਕ, ਉਹ ਤੋਂ ਬਾਅਦ ਉਸ ਸਪੀਕਰ ਨੇ ਇਹ ਗੱਲ ਮੁੜ ਕੇ ਕਹੀ, ਕਹਿੰਦਾ ਭਈ ਅਸੀਂ ਤੁਹਾਨੂੰ ਕੁਛ ਇੱਕ ਸਵਾਲ ਪਾਏ ਸੀ ਔਰ ਉਹ ਸਵਾਲਾਂ ਦਾ ਤੁਸੀਂ ਜਵਾਬ ਨਹੀਂ ਦਿੱਤਾ। ਸਵਾਲਾਂ ਦਾ ਜਵਾਬ ਨਾ ਦੇਣ ਦਾ ਮਤਲਬ ਇਹ ਆ ਕਿ ਜਾਂ ਤਾਂ ਤੁਹਾਡੇ ਕੋਲ ਉਹਨਾਂ ਦੇ ਜਵਾਬ ਹੈ ਨਹੀਂਗੇ ਸਵਾਲਾਂ ਦੇ, ਔਰ ਜਾਂ ਤੁਸੀਂ ਫਿਰ ਉਸ ਚੀਜ਼ ਨੂੰ ਇਸ ਕਰਕੇ ਇਗਨੋਰ ਕਰ ਰਹੇ ਹੋ ਕਿਉਂਕਿ ਤੁਸੀਂ ਡਾਇਲਾਗ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਸੋ ਜੇ ਹੁਣ ਅਸੀਂ ਕਿਸਾਨਾਂ ਦੇ ਇਸ ਸੰਘਰਸ਼ ਨੂੰ ਦੇਖੀਏ ਤਾਂ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਕਿਸੇ ਹੱਦ ਤੱਕ ਉਹਨਾਂ ਦੀ ਝਲਕ ਆ ਰਹੀ ਹੈਗੀ ਆ। ਔਰ ਜਦ ਸਟੇਟਮੈਂਟਸ ਆਉਂਦੀਆਂ ਹੈਗੀਆਂ ਆ ਉਹ ਇਹ ਆਉਂਦੀਆਂ ਜੀ ਸਿੱਖਾਂ ਨੂੰ ਮੋਦੀ ਸਾਹਿਬ ਬਹੁਤ ਲਾਈਕ ਕਰਦੇ ਆ। ਲੈਟਸ ਨਾਟ ਫੋਰਗੇਟ ਵਨ ਥਿੰਗ, ਅਨੰਦਪੁਰ ਸਾਹਿਬ ਦੇ ਲਾਂਘੇ ਵਾਸਤੇ ਮੋਦੀ ਸਾਹਿਬ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਇਹ ਨਾ ਬਣੇ। ਜਦ ਬਣ ਗਿਆ ਪਾਕਿਸਤਾਨ ਸਾਈਡ ਤੇ ਬਣ ਗਿਆ, ਇਹਨਾਂ ਕੋਲ ਕੋਈ ਚਾਰਾ ਨਹੀਂ ਰਿਹਾ ਐਂਡ ਦੈਟਸ ਵਾਈ ਦੇ ਡਿਡ ਇਟ। ਔਰ ਮੈਨੂੰ ਇਸ ਚੀਜ਼ ਦੀ ਹੈਰਾਨਗੀ ਹੁੰਦੀ ਆ ਵੀ ਜੇ ਕਿਤੇ ਇਹੀ ਗੱਲ ਕੋਈ ਹਿੰਦੂ ਮੰਦਿਰ ਦੀ ਹੁੰਦੀ ਤੇ ਉਸ ਦਾ ਲਾਂਘਾ ਬਣਦਾ ਹੁੰਦਾ, ਕੀ ਇਹਨਾਂ ਦਾ ਐਟੀਟਿਊਡ ਇਹੀ ਹੁੰਦਾ? ਸੋ ਇਨ ਅਦਰ ਵਰਡਸ ਕਿ ਕੋਈ ਵੀ ਜਿਹੜਾ ਡਾਇਲਾਗ ਹੋਣਾ ਹੁੰਦਾ ਆ, ਕੋਈ ਵੀ ਜਿਹੜੀਆਂ ਇਹ ਡਿਸਕਸ਼ਨਸ ਹੋਣੀਆਂ ਹੁੰਦੀਆਂ ਹੈਗੀਆਂ, ਡਿਸਕਸ਼ਨਸ ਦੇ ਵਿੱਚ ਤੁਸੀਂ ਜੇ
ਪ੍ਰੀ ਕੰਡੀਸ਼ਨਸ ਲੈ ਕੇ ਬੈਠਦੀਆਂ, ਆਪਣਾ ਮਾਈਂਡ ਕਲੋਜ਼ ਕਰਕੇ ਬੈਠਦੀਆਂ ਵੀ ਭਾਈ ਮੈਂ ਤਾਂ ਇਸ ਚੀਜ਼ ਤੋਂ ਟਸ ਤੋਂ ਮਸ ਨਹੀਂ ਹੋਣਾ, ਤਾਂ ਦੇਰ ਇਜ਼ ਨਥਿੰਗ ਯੂ ਕੈਨ ਡੂ, ਯੂ ਹੈਵ no desire to discuss and do it. ਪਰ ਜੇ ਤੁਸੀਂ ਵਾਕਈ ਹਮੈਤੀ ਹੋ ਤਾਂ then you will sit with an open mind. ਨੰਬਰ 1। ਨੰਬਰ 2, ਇੱਕ ਇੰਡੀਅਨ ਕਲਚਰ ਦੇ ਵਿੱਚ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਆ ਕਿ ਰਾਜਾ ਹੈ ਜਿਹੜਾ ਉਹਨੂੰ ਪ੍ਰਜਾ ਦਾ ਧਿਆਨ ਰੱਖਣਾ ਚਾਹੀਦਾ। ਇਨ ਦਿਸ ਕੇਸ ਹੂ ਇਜ਼ ਰਾਜਾ ਇਜ਼ ਪ੍ਰਾਈਮ ਮਿਨਿਸਟਰ ਮੋਦੀ। ਪ੍ਰਜਾ ਕਿਹੜੀ ਹੈ? ਜਿਹੜੇ ਫਾਰਮਰਸ ਆ। ਮੈਂ ਇਕੱਲੇ ਪੰਜਾਬ ਦੇ ਫਾਰਮਰਸ ਦੀ ਨਹੀਂ ਗੱਲ ਕਰਦਾ, ਕਿਉਂਕਿ ਪੰਜਾਬ 'ਚ ਵੀ ਵੱਢ ਟੁੱਕ ਹੋਈ ਆ। ਪੰਜਾਬ 'ਚੋਂ ਹਰਿਆਣਾ ਨਿਕਲਿਆ, ਪੰਜਾਬ 'ਚੋਂ ਦਿੱਲੀ ਨਿਕਲੀ, ਪੰਜਾਬ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਨਿਕਲਿਆ, ਠੀਕ ਹੈ ਜੀ, ਪੰਜਾਬ ਦੇ ਵਿੱਚੋਂ ਲਦਾਖ ਨਿਕਲਿਆ, ਪੰਜਾਬ ਦੇ ਵਿੱਚੋਂ ਹੋਰ ਕਈ ਕੋਈ ਏਰੀਏ ਕੱਢੇ ਗਏ ਹੈਗੇ ਆ। ਜੰਮੂ ਐਂਡ ਕਸ਼ਮੀਰ ਵਾਸ ਪਾਰਟ ਆਫ ਪੰਜਾਬ ਆਲਸੋ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, when we look at it, when we talk about Punjab, so let us talk about the farmers, not just the Punjab. ਜੇ ਤੁਸੀਂ ਇਕੱਲੇ ਪੰਜਾਬ ਦੀ ਵੀ ਗੱਲ ਕਰਨੀ ਆ ਤਾਂ ਸੰਪੂਰਨ ਪੰਜਾਬ ਦੀ ਗੱਲ ਕਰੋ। ਪੰਜਾਬ ਕੀ ਹੁੰਦਾ ਸੀ? ਪੰਜਾਬ ਨੂੰ ਕੱਟ ਵੱਢ ਇਸੇ ਕਰਕੇ ਕੀਤੀ ਗਈ ਸੀ ਕਿਉਂਕਿ ਇਹਨਾਂ ਨੂੰ ਨਾ ਇੱਕ ਕਿਸੇ ਨਾ ਕਿਸੇ ਤਰ੍ਹਾਂ ਪਈ ਅਸੀਂ ਕਮਿਊਨਿਟੀ ਆ ਜਿਹੜੀ ਇਹਨੂੰ ਗੁਲਾਮ ਕਰ ਲਈਏ। ਸਵਾਲ ਹੈ ਜਿਹੜਾ ਉਹ ਮਾਸਟਰ ਤੇ ਸਲੇਵ ਦਾ ਆ ਜਾਂਦਾ ਹੈ, ਤੇ ਉਹ ਚੀਜ਼ ਹੈ ਜਿਹੜੀ ਉਹ ਇੰਪਲੀਮੈਂਟ ਨਹੀਂ ਹੋਈ। ਇਹਨਾਂ ਨੂੰ ਸਾਰੇ ਹੀ ਕਿਸਾਨਾਂ ਨੂੰ ਜੁਝਾਰੂ ਜਾਂ ਖਾਲਿਸਤਾਨੀ ਕਹਿਣ ਦੀ ਕੋਸ਼ਿਸ਼ ਕੀਤੀ ਗਈ, ਉਹ ਗੱਲ ਨਹੀਂ ਬਣੀ। ਹੁਣ ਇਹ ਕਿਹਾ ਜਾ ਰਿਹਾ ਜੀ ਇਹ ਯੂਥ ਆ ਜਿਹੜਾ ਇਹਨਾਂ ਦਾ ਦਿਮਾਗ ਘੁੰਮਿਆ ਆ। ਦੇਖੋ ਜਨਰੇਸ਼ਨ ਹੈ ਜਿਹੜੀ, ਜਨਰੇਸ਼ਨਲ ਸ਼ਿਫਟ ਆਉਣੀ ਹੀ ਆਉਣੀ ਆ। ਯੂਥ ਵਾਲਿਆਂ ਦਾ ਦਿਮਾਗ ਕਿੱਦਾਂ ਘੁੰਮ ਗਿਆ? ਕਿਉਂਕਿ ਯੂਥ ਵਾਲੇ ਆ ਜਿਹੜੇ ਉਹ ਆਪਣੇ ਬਜ਼ੁਰਗਾਂ ਦੇ ਨਾਲ ਖੜੇ ਆ। ਮੋਦੀ ਸਾਹਿਬ ਦੀ ਆਪਣੀ ਔਲਾਦ ਹੁੰਦੀ, ਮੈਂ ਉਹਨਾਂ ਨੂੰ ਪੁੱਛਦਾ ਵੀ ਜੇ ਤੁਹਾਡੀ ਔਲਾਦ ਹੈ, ਤੁਹਾਡੀ ਸਪੋਰਟ ਕਰਦੀ ਤਾਂ ਤੁਸੀਂ ਉਸ ਵੇਲੇ ਕੀ ਕਹਿੰਦੇ, ਤਾਂ ਜੇ ਉਹ ਤੁਹਾਨੂੰ ਅਪੋਜ਼ ਕਰਦੇ ਤਾਂ ਤੁਸੀਂ ਉਸ ਵੇਲੇ ਕੀ ਕਹਿੰਦੇ? ਸਾਡੇ ਸਿੱਖੀ ਦੇ ਵਿੱਚ ਇਸੇ ਕਰਕੇ ਹੀ ਜਿਹੜਾ ਗ੍ਰਹਿਸਤ ਜੀਵਨ ਆ ਉਹਨੂੰ ਪਰਮ ਉੱਚ ਜੀਵਨ ਦੱਸਿਆ ਗਿਆ ਆ, ਔਰ ਸਾਨੂੰ ਇਹ ਇਨਸਿਸਟ ਕੀਤਾ ਜਾਂਦਾ ਵੀ ਤੁਸੀਂ ਆਪਣਾ ਜੀਵਨ ਹੈ ਜਿਹੜਾ ਉਹ ਗ੍ਰਹਿਸਤੀ ਜੀਵਨ ਹੈ ਜਿਹੜਾ ਉਹ ਪੂਰਾ ਸੰਪੂਰਨ ਤੌਰ ਦੇ ਉੱਤੇ ਤੁਸੀਂ ਰਹਿਣਾ ਆ ਔਰ ਬਿਤਾਉਣਾ ਹੈਗਾ। ਜੇ ਤੁਸੀਂ ਉਹ ਨਹੀਂ ਕਰਦੇ ਤਾਂ ਤੁਸੀਂ ਆਪਣਾ ਜਿਹੜਾ ਹੈਗਾ ਆ ਅਚੀਵ ਕਰਨਾ ਚਾਹੁੰਦੇ ਹੋ, ਟੂ ਬੀ ਵਨ ਵਿਦ ਹਿਮ, ਉਹ ਨਹੀਂ ਹੋ ਸਕਦੀ। ਸੋ ਹੈਵਿੰਗ ਸੈਡ ਦੈਟ, let's take a break. After the break, I will be right back. ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਇਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ, ਹੈੱਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206। For more information, call ਗੁਰਮੀਤ ਮੱਲੀ। ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ, ਟ੍ਰੇਲਰਸ, ਫਲੈਟਬੈਡ, ਰੈਫਰੀਜਰੇਟਰ ਐਂਡ ਡਰਾਈਵ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 9092407272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ।
501 ਸਾਊਥ ਯੂਨੀਅਨ ਵਿਲੇਜ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫਿਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500, 661 885 8858। ਈਸਟ ਕੋਸਟ ਦੀ ਸ਼ਾਨਦਾਰ ਟਰੱਕਿੰਗ ਕੰਪਨੀ ਟਿੱਬੀ ਐਕਸਪ੍ਰੈਸ ਇੰਕ ਨਿਊ ਜਰਸੀ, ਪੈਂਸਿਲਵੇਨੀਆ, ਓਹਾਈਓ, ਇੰਡੀਆਨਾ, ਕੰਟਕੀ ਵਾਸਤੇ ਪੱਕੇ ਅਤੇ ਬੈਂਕ ਐਂਡ ਫੋਰਥ ਲੋਡ ਡੈਡੀਕੇਟਡ ਰਨ ਐਂਡ ਹੁਕਅਪ ਡ੍ਰੌਪ ਦੀ ਸੁਵਿਧਾ। ਨਵੇਂ ਟਰੱਕ ਅਤੇ ਡਰਾਈਵਰਾਂ ਨੂੰ ਵਧੀਆ ਰੇਟ। 6 ਮਹੀਨੇ ਬਾਅਦ ਡਰਾਈਵਰ ਭਰਾਵਾਂ ਨੂੰ ਬੋਨਸ। ਸਵੇਰ ਤੋਂ ਸ਼ਾਮ ਤੱਕ ਲੋਕਲ ਕੰਮ ਕਰਨ ਵਾਲੇ ਡਰਾਈਵਰਾਂ ਵੀਰਾਂ ਨੂੰ $25 ਪ੍ਰਤੀ ਘੰਟਾ। ਨਿਊ ਜਰਸੀ, ਪੈਂਸਿਲਵੇਨੀਆ, ਓਹਾਈਓ, ਇੰਡੀਆਨਾ, ਕੰਟਕੀ ਵਾਸਤੇ ਲੋਕਲ ਕੰਮ ਲਈ ਡਰਾਈਵਰ ਵੀਰ ਸੰਪਰਕ ਕਰੋ। ਕਾਲ ਹੈਪੀ ਟਿੱਬੀ 609 947 4777। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। ਸੁਹਾਗ ਜੁਐਲਰਸ ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ਟ੍ਰੀ ਰੋਡ, ਇਸਲਿਨ, ਨਿਊ ਜਰਸੀ। Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ ਸੁਹਾਗ ਜੁਐਲਰਸ, 1367 ਓਕ ਟ੍ਰੀ ਰੋਡ, ਇਸਲਿਨ, ਨਿਊ ਜਰਸੀ। ਪੋਲਿਟਿਕਸ ਦੇ ਵਿੱਚ ਕੀ ਹੋ ਰਿਹਾ ਹੈਗਾ ਕੁਛ ਇੱਕ ਚੀਜ਼ਾਂ ਜਿਹੜੀਆਂ ਕਿ ਸਾਡੇ ਸਰੋਤਿਆਂ ਵਾਸਤੇ, ਜਿਹੜੇ ਅਮਰੀਕਨ ਸਰੋਤੇ ਵਾਚ ਕਰ ਰਹੇ ਪ੍ਰੋਗਰਾਮ, ਉਹਨਾਂ ਵਾਸਤੇ ਜਾਣਨਾ ਜ਼ਰੂਰੀ ਆ ਕਿ ਅੱਜ ਦੀ ਡੇਟ ਦੇ ਵਿੱਚ ਇਹ ਲੱਗ ਰਿਹਾ ਵੀ ਜਿਹੜਾ ਸੈਕੰਡ ਸਟਿਮੂਲਸ ਪੈਕੇਜ ਹੈਗਾ ਉਹਦਾ ਜਿਹੜਾ $1400 ਦੇ ਚੈੱਕ ਆ ਪਰ ਪਰਸਨ, ਉਹ ਤਕਰੀਬਨ ਆ ਜਾਣਗੇ। ਸੋ ਉਹ ਜਿਹੜੀ ਚੀਜ਼ ਹੈਗੀ ਆ ਉਹ ਲੈ ਕੇ ਹਾਊਸ ਦੇ ਵਿੱਚ ਪਾਸ ਹੋ ਗਿਆ, ਸੈਨੇਟ ਦੇ ਵਿੱਚ ਹੋਣਾ ਆ। ਉਹਨਾਂ ਨੇ ਜਿਹੜੇ ਟੈਕਨੀਕਲ ਜਿਹੜੀਆਂ ਪ੍ਰੋਸੀਜਰਸ ਹੁੰਦੇ ਆ, ਜਾਂ ਉਹਨਾਂ ਨੂੰ ਆਪਾਂ ਕਹਿ ਲਈਏ ਵੀ ਟੈਕਨੀਕਲਿਟੀਜ਼ ਜਿਹੜੀਆਂ ਕੁਛ ਇੱਕ ਹੈਗੀਆਂ ਆ, ਉਹ ਕੰਪਲੀਟ ਕਰ ਲਈਆਂ। ਉਹਦੀ ਅਗਲੀ ਸਟੇਜ ਆ ਉਹ ਪਾਸ ਹੋਣਾ ਆ। ਜਦੋਂ ਪਾਸ ਹੋ ਗਿਆ ਉਸ ਤੋਂ ਬਾਅਦ ਫਿਰ ਉਹ ਲਾਅ ਲਿਖਿਆ ਜਾਣਾ, ਔਰ ਮੇਰਾ ਖਿਆਲ ਆ ਵੀ ਮਾਰਚ ਦੇ ਵਿੱਚ ਚੈੱਕ ਆਉਣੇ ਸ਼ੁਰੂ ਹੋ ਜਾਣਗੇ, ਬਾਈ ਮਿਡ ਮਾਰਚ ਇਫ ਨਾਟ ਬਿਫੋਰ ਦੈਟ। ਹੁਣ ਅਗਲਾ ਜਿਹੜਾ ਸਵਾਲ ਆ ਜਾਂਦਾ ਆ ਉਹ ਇਸ ਚੀਜ਼ ਦਾ ਆ ਜਾਂਦਾ ਆ ਵੀ ਜਿਹੜਾ ਨਾ ਟਰੰਪ ਦੀ ਇੰਪੀਚਮੈਂਟ ਦਾ ਇਸ਼ੂ ਆ। ਲੈਟਸ ਟਾਕ ਅਬਾਊਟ ਦੈਟ। ਟਰੰਪ 4 ਸਾਲ ਉਹਨਾਂ ਨੇ ਪ੍ਰਧਾਨਗੀ ਕੀਤੀ ਆ, ਉਸ ਤੋਂ ਪਹਿਲਾਂ 1.5 ਸਾਲ ਤਕਰੀਬਨ ਉਹਨਾਂ ਨੇ ਇਲੈਕਸ਼ਨ ਰਨ ਕੀਤੀ ਹੈਗੀ ਆ, ਔਰ ਉਹਨਾਂ ਨੇ ਥਰੂ ਆਊਟ ਉਹਨਾਂ ਦੇ ਜਿਹੜਾ ਹੈਗਾ ਆ ਸਿਸਟਮ ਪ੍ਰੋਸੀਜਰ ਆ ਜਿਹੜਾ ਉਹ ਤੁਸੀਂ ਜੇ ਪ੍ਰੋਪਰ ਨੂੰ ਫੋਲੋ ਕੀਤਾ ਤਾਂ ਤੁਸੀਂ ਉਹਦੇ ਵਿੱਚ ਇੱਕ ਚੀਜ਼ ਡੈਫੀਨਿਟਲੀ ਨੋਟ ਕੀਤੀ ਹੋਊਗੀ ਕਿ ਉਹ ਇਹ ਸੀ ਵੀ ਜਿਹੜੇ ਵੀ ਬੰਦੇ ਨੇ ਉਸ ਨੇ ਜੋ ਵੀ ਉਹਨਾਂ ਨੇ ਟਰੰਪ ਨੇ ਕਿਹਾ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤੱਕ ਕਿ ਟਰੰਪ ਦੀ ਅਖੀਰ ਦੇ ਵਿੱਚ ਇਹ ਕੋਸ਼ਿਸ਼ ਸੀ ਇਲੈਕਸ਼ਨ ਜਦ ਹਾਰੇ ਹੈਗੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਆਰਮੀ ਆ ਜਿਹੜੀ ਉਸ ਨੂੰ ਆਪਣੇ ਅੰਡਰ, ਕਿਉਂਕਿ ਆਰਮੀ ਜਿਹੜੀ ਹੈਗੀ ਆ ਉਹ ਪ੍ਰੈਜ਼ੀਡੈਂਟ ਦੇ ਅੰਡਰ ਪੈਂਦੀ ਹੈਗੀ ਆ,
ਔਰ ਆਰਮੀ ਦੇ ਜਿੰਨੇ ਵੀ ਚੀਫ ਹੈਗੇ ਆ, ਜਦ ਟਰੰਪ ਇਲੈਕਸ਼ਨ ਲੂਜ਼ ਕਰ ਗਿਆ, ਟਰੰਪ ਵਾਸ ਸੇਇੰਗ ਕਿ ਜੀ ਚੋਰੀ ਕੀਤੀ ਗਈ, ਚੋਰੀ ਕੀਤੀ ਗਈ, ਚੋਰੀ ਕੀਤੀ ਗਈ, ਐਂਡ ਹੀ ਵਾਸ ਟ੍ਰਾਈਂਗ ਟੂ ਮੇਕ ਪੇ ਆਰਮੀ ਜਿਹੜੀ ਹੈਗੀ ਆ, ਦੇ ਸ਼ੁਡ ਰਾਈਜ਼ ਐਂਡ ਗਿਵ ਹਿਮ the power and make him the king, not the president but the king. ਔਰ ਇੱਕ ਅਨਯੂਜੂਅਲ ਡਿਵੈਲਪਮੈਂਟ ਹੋਈ ਸੀ ਕਿ ਜਿਹੜੇ ਆਰਮੀ ਦੀ ਕਰੀਮ ਹੈਗੀ ਆ, ਜਿਹੜੇ ਦਾ ਟਾਪ ਬ੍ਰਾਸ ਆਫ ਦੀ ਆਰਮੀ, the generals and the commanders, they issued a special statement that we are going to stay neutral. It's a political process and let the political process play. ਉਸ ਤੋਂ ਬਾਅਦ ਕੀ ਹੋਇਆ ਕਿ Giuliani and his team, they did whatever Trump wanted. ਔਰ ਨਤੀਜਾ ਇਹ ਨਿਕਲਿਆ ਕਿ ਅਖੀਰਲੇ ਦਿਨ 6 ਜਨਵਰੀ ਨੂੰ, ਜਿੱਦਣ ਉਹ ਫਾਈਨਲ ਸਿਰਫ ਇਹ ਕਰਨਾ ਸੀ ਵੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਵੋਟ ਹੈਗੀ ਆ ਉਹ ਕਨਫਰਮ ਕੀਤੀ ਜਾਂਦੀ ਹੈਗੀ ਉਹਦੇ ਵਾਸਤੇ, ਜੋ ਬਾਈਡਨ ਵਾਸਤੇ, ਟਰੰਪ ਨੇ ਆਪਣੇ ਜਿਹੜੇ ਬੰਦੇ ਸੱਦੇ ਹੋਏ ਸੀਗੇ ਸੀ ਉਹਨਾਂ ਨੂੰ ਅਟੈਕ ਕਰਨ ਵਾਸਤੇ ਔਨ ਦਾ ਕੈਪੀਟਲ, he did it. It was a rare movement in the history of United States. ਬ੍ਰਿਟਿਸ਼ਰਸ ਨੇ ਇੱਕ ਸਮੇਂ ਦੇ ਉੱਤੇ ਇਹ ਕੰਮ ਕੀਤਾ ਸੀ ਕਿ ਉਹਨਾਂ ਨੇ ਜਦੋਂ ਉਹ ਲੂਜ਼ ਕਰ ਰਹੇ ਸੀਗੇ ਸੀ, ਉਹਨਾਂ ਨੇ ਸਾਰਾ ਦਾ ਸਾਰਾ ਜਿਹੜਾ ਕੈਪੀਟਲ ਹੈ ਲਿਆ, ਜਿਹੜਾ ਉਹ ਡਿਸਟਰੋਏ ਕਰਤਾ ਸੀ ਤੇ ਸਾਰੀ ਬਿਲਡਿੰਗ ਨਵੇਂ ਸਿਰੋਂ ਬਣੀ ਗਈ। President Trump tried to do the same thing, or yeah, he succeeded in destroying some of the property damage, but also damaging the democratic setup of the country. ਇਹ ਇੱਕ ਚੀਜ਼ ਸਾਨੂੰ ਬਿਲਕੁਲ ਜਾਣ ਲੈਣੀ ਚਾਹੀਦੀ ਆ ਵੀ ਕਾਨੂੰਨ ਦੇ ਉੱਤੇ ਇਹ ਮੁਲਕ ਚੱਲਦਾ, ਔਰ ਕਾਨੂੰਨ ਆ ਜਿਹੜਾ ਉਹ ਟਾਈਮ ਲੈਂਦਾ, ਔਰ ਉਸ ਟਾਈਮ ਨੂੰ ਜੇ ਉਹ ਕਾਨੂੰਨ ਕਿਤੇ ਨਾ ਕਿਤੇ ਜਾ ਕੇ ਉਹ ਨਿਤਾਰਾ ਕਰ ਦਿੰਦਾ। ਟਰੰਪ ਨੇ ਤਕਰੀਬਨ 60 ਕੇਸ ਕੀਤੇ, ਟਰੰਪ ਦੇ ਅਪੁਆਇੰਟਡ ਜੱਜਸ ਨੇ ਵੀ ਉਹਦੀ ਸਾਈਡ ਨਹੀਂ ਲਈ। ਜਦ ਉਹਨੇ ਦੇਖਿਆ ਵੀ ਮੇਰੇ ਕੋਲ ਕੋਈ ਚਾਰਾ ਨਹੀਂ ਰਿਹਾ, he used the last tool in his bag and he did not succeed in that either. ਔਰ ਉਹੀ ਟਰੰਪ ਜਿਹੜਾ ਹਰ ਵੇਲੇ 24 ਆਵਰ ਨਿਊਜ਼ ਦਾ ਵਿੱਚ ਹੁੰਦਾ ਸੀ, ਉਹ ਅੱਜ ਦੀ ਡੇਟ ਦੇ ਵਿੱਚ he is just playing golf, which he always did. ਔਰ ਜਿਹੜਾ ਓਵਰਆਲ ਨੁਕਸਾਨ ਆ ਅਮਰੀਕਨ ਡੈਮੋਕ੍ਰੇਸੀ ਨੂੰ ਔਰ ਅਮਰੀਕਨ ਇੰਟਰਨੈਸ਼ਨਲ ਰਿਲੇਸ਼ਨਸ ਨੂੰ, ਇਟ ਹੈਜ਼ ਬੀਨ a long term damage, not a short term damage. ਕਿਉਂਕਿ ਅੱਜ ਜੇ ਉਹ ਬਾਹਰਲੇ ਮੁਲਕ ਆ ਜਿਹੜੇ, ਕੋਈ ਵੀ ਹੋਵੇ, ਅਸੀਂ ਵੀ ਆਪਣੇ ਘਰ ਨੂੰ ਬੈਠੇ ਦੇਖੀਏ ਤਾਂ ਅਸੀਂ ਕਹੀਏ ਵੀ ਅੱਜ ਗੁਆਂਢੀ ਸਾਡਾ ਕਿੱਦਾਂ ਕਰ ਰਿਹਾ, ਤੇ ਕੱਲ ਨੂੰ ਕੋਈ ਹੋਰ ਵੀ irrationally ਐਕਟ ਕਰ ਸਕਦਾ। ਸੋ those are the things ਜਿਹੜੀਆਂ ਕਿ ਵਾਪਰੀਆਂ, ਔਰ ਉਹਨਾਂ ਚੀਜ਼ਾਂ ਨੂੰ, ਉਹਨਾਂ ਇਸ਼ੂਜ਼ ਨੂੰ ਮੱਦੇਨਜ਼ਰ ਰੱਖਦੇ ਹੋਏ when we look at it, it's damaging to the country. ਜਿਹਦੇ ਵਿੱਚ ਜਾਣੀ ਕਿ ਕੋਈ ਦੋ ਰਾਮਾਂ ਨਹੀਂ ਹੈਗੀਆਂ। ਪਰ ਇਸ ਦੇ ਨਾਲ ਨਾਲ ਹੀ ਸਾਨੂੰ ਇੱਕ ਚੀਜ਼ ਹੋਰ ਵੀ ਦੇਖਣੀ ਚਾਹੀਦੀ ਹੈਗੀ ਆ ਕਿ ਇੱਥੋਂ ਦੇ ਜਿਹੜੇ ਇੰਸਟੀਟਿਊਸ਼ਨਸ ਜਿਹੜੇ ਹੈਗੇ ਆ, ਉਹਨਾਂ ਨੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ। they rose up to the occasion. ਕੁਛ ਇੱਕ ਬੰਦੇ ਉਹਨਾਂ ਨੂੰ ਪ੍ਰਾਈਸ ਵੀ ਦੇਣੀ ਪਈ, they either had to resign or they got fired by Trump. ਇਸੇ ਕਰਕੇ ਹੀ ਜਦੋਂ ਟਰੰਪ ਕਿਸੇ ਨੂੰ ਨੋਮੀਨੇਟ ਕਰਦਾ ਸੀਗਾ ਸੀ, there were people who refused to do it. ਔਰ ਤੁਸੀਂ ਇੱਕ ਚੱਕ ਕੇ ਦੇਖ ਲਓ ਤੁਸੀਂ ਵੀ ਟਰੰਪ ਦਾ ਜਿਹੜਾ ਡਿਊਰੇਸ਼ਨ ਆ, ਉਸ ਦੇ ਵਿੱਚ ਜਿਹੜੇ ਉਸ ਦੇ ਮਿਨਿਸਟਰ ਸੀਗੇ ਸੀ, quite a few of them, they were actually temporary. None of them was a full-time. I mean, there were few of them full-time, but yeah, they had issues. ਆਪਣਾ ਜਿਹੜਾ ਨਾ ਪਰਮਾਨੈਂਟ ਤੇ ਟੈਂਪਰੇਰੀ ਦਾ ਫਰਕ ਹੁੰਦਾ, ਟੈਂਪਰੇਰੀ ਦਾ ਫਰਕ ਹੁੰਦਾ, ਉਹ ਜਸਟ ਉਹਨੂੰ ਪਰਵਾਹ ਨਹੀਂ ਹੁੰਦੀ ਕਿਉਂਕਿ ਉਹਨੂੰ ਪਤਾ ਆ ਕਿ ਮੈਂ ਟੈਂਪਰੇਰੀ ਹੈਗਾ ਆ। ਔਰ ਇੱਕ ਦੋ ਬੰਦੇ ਆ ਜਿਹੜੇ ਉਹ
ਅਮਰੀਕਾ ਦੀ ਸੁਪਰੀਮ ਕੋਰਟ ਨੇ ਵੀ ਘੱਟੋ ਘੱਟ ਇੱਕ ਜਿਹੜਾ ਹੈਗਾ ਆ ਉਸ ਨੂੰ ਰਿਮੂਵ ਕੀਤਾ। ਇਟਸ ਏ basically for a country like America ਜਿਹੜੀ ਕਿ it prides itself of being what it is, ਇਹਨਾਂ ਦਾ ਇਹ ਇਸ ਤਰ੍ਹਾਂ ਰਿਮੂਵ ਹੋਣਾ ਇੱਕ ਬੰਦੇ ਦਾ ਇਟਸ shameful act, no doubt about it। ਬਟ ਇਸ ਦੇ ਨਾਲ ਨਾਲ ਹੀ ਜਿਹੜੇ ਇੰਸਟੀਟਿਊਸ਼ਨ ਦੀ ਜਿਹੜੀ ਇੰਟੈਗ੍ਰਿਟੀ ਦੀ ਗੱਲ ਆਉਂਦੀ ਹੈਗੀ ਆ, ਦੈਟਸ ਅਨਦਰ ਇਸ਼ੂ। ਸੇਮ ਤਰੀਕੇ ਨਾਲ ਜਦ ਡਾਕਾ ਦਾ ਇਸ਼ੂ ਆਇਆ ਸੀਗਾ, ਅਸੀਂ ਈਵਨ ਟਰੰਪ ਦੇ ਅਪੁਆਇੰਟਡ ਜਿਹੜੇ ਜਸਟਿਸ ਸੀਗੇ ਸੁਪਰੀਮ ਕੋਰਟ ਦੇ, ਦੇ ਐਕਚੁਅਲੀ ਸੈਂਟ ਇਟ ਬੈਕ ਕਿ ਨਹੀਂ ਇਹ ਸਾਡਾ ਏਰੀਆ ਨਹੀਂ ਹੈਗਾ। ਔਰ I can go on and on and on, but that is not the point, that is not what I'm trying to say here। What I'm trying to say here is ਕਿ ਸਾਡੇ ਵਾਸਤੇ ਅਸੀਂ ਪੰਜਾਬੀਆਂ ਵਾਸਤੇ ਖਾਸ ਤੌਰ ਤੇ we pride ourselves about our freedoms, about our thoughts, about our service to humanity, not to one person, not to two people, irrespective of the faith and culture, we serve the people। We should be proud of that, and based on that we should be looking at ਇਹ 'ਚ ਕੋਈ ਸ਼ੱਕ ਨਹੀਂ ਵੀ ਆਪਣੇ ਵਿੱਚ ਰਿਪਬਲਿਕਨਸ ਹੈਗੇ ਆ, ਔਰ ਸਾਡੇ ਵਿੱਚੋਂ ਰਿਪਬਲਿਕਨਸ ਨੇ ਕਾਫੀ ਕੀਤਾ ਹੈਗਾ ਆ, ਸਪੋਰਟ ਕੀਤੀ ਟਰੰਪ ਨੇ। ਈਵਨ ਕੁਛ ਇੱਕ ਜਿਹੜੇ ਬੰਦੇ ਜਿਹੜੇ ਕਿ ਜਿਨ੍ਹਾਂ ਨੂੰ ਇੰਡੀਵਿਜੂਅਲ ਤੌਰ ਦੇ ਉੱਤੇ ਕਾਫੀ ਨੁਕਸਾਨ ਹੋਇਆ ਟੈਕਸਸ ਵਗੈਰਾ ਦੇ ਵਿੱਚ, ਕਿਉਂਕਿ ਟੈਕਸ ਬ੍ਰੇਕਸ ਹੈ ਜਿਹੜੀਆਂ ਰਿਚ ਪੀਪਲਸ ਨੂੰ ਮਿਲੀਆਂ, ਛੋਟਿਆਂ ਨੂੰ ਨਹੀਂ ਮਿਲੀਆਂ। ਦੇ ਵੋਟਡ ਫਾਰ ਟਰੰਪ, ਕਿਉਂਕਿ ਉਹ ਕਹਿੰਦੇ ਜੀ $1200 ਜਿਹੜਾ ਟਰੰਪ ਨੇ ਭੇਜਿਆ। they refuse to look at pay damage ਕਿੰਨਾ ਹੋਇਆ ਜਦੋਂ ਕਰੋਨਾ ਵਾਇਰਸ ਦੀ ਜਿਹੜੀ ਐਕਸੈਪਟੈਂਸ ਹੈ, ਈਵਨ ਜਸਟ ਟੂ ਐਕਸੈਪਟ ਇੱਕ ਸਿੰਪਲ ਚੀਜ਼ ਆ ਮਾਸਕ, ਰਾਈਟ। ਮਾਸਕ ਪਾਉਣ ਤੋਂ ਵੀ ਟਰੰਪ ਤੁਹਾਨੂੰ ਪਰਹੇਜ਼ ਕਰਦਾ ਗਿਆ, ਔਰ ਉਸ ਚੀਜ਼ ਦਾ ਨਤੀਜਾ ਹੈ ਜਿਹੜਾ ਉਹ ਇਹ ਨਿਕਲਿਆ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਤਕਰੀਬਨ 5 ਲੱਖ ਅਮਰੀਕਨਸ ਲੂਜ਼ ਕਰਨ ਦੇ ਕਰੀਬ ਆ। ਇਟਸ ਕਲੋਜ਼ ਟੂ 450,000 ਰਾਈਟ ਨਾ, 4.5 ਲੱਖ ਤਕਰੀਬਨ ਹੋ ਚੁੱਕਾ ਆ। ਔਰ ਜਿਸ ਰੇਟ ਦੇ ਉੱਤੇ ਚੱਲ ਰਿਹਾ ਹੈਗਾ ਆ, ਬਾਈ ਐਂਡ ਆਫ ਮਾਰਚ ਵੀ ਪ੍ਰੋਬਬਲੀ ਵਿਲ ਕ੍ਰਾਸ 500,000 ਪੀਪਲ। ਔਰ 5 ਲੱਖ ਅਮਰੀਕਨ ਆ ਜਿਹੜੇ ਵਰਲਡ ਵਾਰ 1 ਦੇ ਵਿੱਚ ਵੀ ਨਹੀਂ ਸੀ ਮਰੇ। ਮੇਰਾ ਖਿਆਲ ਹੈ ਵਰਲਡ ਵਾਰ 1 ਤੇ 2 ਨੂੰ ਦੋਨਾਂ ਨੂੰ ਮਿਲਾ ਕੇ ਵੀ ਇੰਨੇ ਅਮਰੀਕਨ ਸੋਲਜਰਸ ਆ ਜਿਹੜੇ ਉਹਨਾਂ ਦੀ ਡੈਥ ਨਹੀਂ ਸੀ ਹੋਈ ਜਿੰਨੀ ਕਿ ਕੋਵਿਡ ਕਰਕੇ ਹੋਈ ਆ। ਉਹਦਾ ਜਿਹੜਾ ਕਾਰਨ ਸੀ, ਮੇਨ ਕਾਰਨ ਹੈ ਜਿਹੜਾ ਉਹ ਇਹੀ ਸੀ ਕਿ ਉਸ ਨੂੰ ਐਕਸੈਪਟ ਕਰਨਾ, ਔਰ ਦੂਜਾ ਉਹਨੂੰ ਇਹ ਕਹਿਣਾ ਚਾਈਨਾ ਵਾਇਰਸ। ਔਰ ਉਹਦਾ ਜਿਹੜਾ ਨਤੀਜਾ ਇਹ ਨਿਕਲਿਆ ਕਿ those people who are Asians, people started attacking them। ਔਰ ਉਹ ਜਿਹੜੇ ਅਟੈਕ ਹੈਗੇ ਆ ਉਸ ਦੇ ਨਾਲ ਉਹਨਾਂ ਨੂੰ ਬਜ਼ੁਰਗਾਂ ਨੂੰ ਵੀ ਕੁੱਟਿਆ ਜਾ ਰਿਹਾ ਹੈਗਾ ਆ, ਉਹਨਾਂ ਨੂੰ ਧੱਕੇ ਮਾਰੇ ਜਾ ਰਹੇ ਹੈਗੇ ਆ, ਉਹਨਾਂ ਨੂੰ ਸੀਟਾਂ ਦੇ ਉੱਤੇ ਸਿੱਟਿਆ ਜਾ ਰਿਹਾ ਹੈਗਾ। These are the things ਜਿਹੜੀਆਂ ਕਿ they should not be happening in this country। ਪਰ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਵੀ ਜੋ ਬਾਈਡਨ ਦੀ ਜਿਹੜੀ ਪ੍ਰੈਸ ਸੈਕਟਰੀ ਹੈਗੀ ਆ, she goes on the speaker on the mic, she goes on the stage and she has made statements committing the resources। ਪਰ ਸਾਡੇ ਵਾਸਤੇ resources ਤੋਂ ਵੱਧ ਸਾਨੂੰ we need to go beyond resources, we need to go and look at ਕਿ ਜਿਹੜੇ ਹੈਗੇ ਆ ਵੀ ਅਸੀਂ ਕਿੱਥੇ how to bring the communities together so that it doesn't happen again। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਆ, ਕਿਉਂਕਿ ਅਸੀਂ ਜਦ 9/11 ਹੋਇਆ ਸੀ ਉਸ ਤੋਂ ਬਾਅਦ ਅਸੀਂ we paid a really big price for that ਸਰਦਾਰ। ਔਰ ਇੱਕ ਗੱਲੋਂ ਮੈਂ ਜਾਣੀ ਕਿ ਭਈ ਇਹ 'ਚ ਕੋਈ ਸ਼ੱਕ ਨਹੀਂ, ਕੋਈ ਵੀ ਕਮਿਊਨਿਟੀ ਮਾਈਨੋਰਿਟੀ ਦੇ ਉੱਤੇ ਜੇ ਅਟੈਕ ਹੁੰਦਾ ਹੈ ਇਟਸ one too much, it should not happen। but at the same time ਜੇ ਸਾਡੇ ਤੇ ਇਸ ਵਕਤ ਅਟੈਕ ਨਹੀਂ ਹੋਇਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਸਾਨੂੰ ਇਹ ਈਜ਼ੀ ਲੈਣਾ ਚਾਹੀਦਾ, ਕਿਉਂਕਿ ਡਾਇਰੈਕਟਲੀ ਔਰ ਇਨਡਾਇਰੈਕਟਲੀ ਸਾਨੂੰ ਵੀ ਗੱਲਾਂ ਕਹੀਆਂ ਗਈਆਂ ਹੈਗੀਆਂ and we need to be very much aware of that। ਔਰ ਸਾਡੇ ਏਰੀਏ ਦੇ ਵਿੱਚ, ਸਾਡੇ ਨੇਬਰਹੁੱਡ ਦੇ ਵਿੱਚ ਜੇ ਕੋਈ ਗੱਲਬਾਤ ਚੱਲ ਰਹੀ ਹੈਗੀ ਆ ਜਾਂ ਕੋਈ ਬੰਦੇ ਆ ਜਿਹੜੇ, ਕੋਈ ਆਰਗੇਨਾਈਜੇਸ਼ਨ ਹੈ ਜਿਹੜੀ ਉਹ ਇਹ ਕੋਈ ਆਰਗੇਨਾਈਜ਼ ਕਰ ਰਹੀ ਆ ਟੂ provide the strength to provide a platform to discuss the equality of the humans, then I think we should be in the forefront। ਕਿਉਂਕਿ ਸਾਡੇ ਵਿੱਚ
from day one it is like a मानस की जात सबे एके पहचान वो ਉਸ ਇਸ਼ੂ ਨੂੰ ਲੈ ਕੇ ਉਸ ਸਾਡੇ ਗੁਰੂਆਂ ਦੇ ਦਰਸਾਏ ਹੋਏ ਮਾਰਗ ਨੂੰ ਲੈ ਕੇ we need to work with that, we need to work on that. ਔਰ remember ਜਿਹੜਾ ਨਾ ਜਦੋਂ ਆਉਂਦਾ ਆ ਨਾ ਜਾਂ ਗੱਲਬਾਤ ਚੱਲਦੀ ਹੈਗੀ ਆ ਖਾਲਸਾ ਸੋ ਜੋ ਕਰੇ ਨਿਤ ਜੰਗ, ਕਿਹੜੀ ਜੰਗ ਦੀ ਗੱਲ ਕਰਦੇ ਹੋ? ਇਸੇ ਜੰਗ ਦੀ ਗੱਲ ਕਰਦੇ ਆ, ਇਕੁਐਲਿਟੀ। ਔਰ ਇਸ ਦੇ ਨਾਲ ਹੀ ਇੱਕ ਹੋਰ ਚੀਜ਼ ਸਾਨੂੰ ਆ ਜਿਹੜੀ ਉਹ ਬਾਣੀ ਦੇ ਵਿੱਚੋਂ ਮਿਲਦੀ ਹੈਗੀ ਆ, ਉਹ ਹੈਗੀ ਆ ਕਿ ਸਭ ਦੁਨੀਆ ਸੁਭਾਨ ਜੇ ਸੱਚ ਸਮਾਈਏ। ਸੱਚ ਆ ਜਿਹੜਾ ਜਾਂ ਸਾਹਮਣੇ ਆਉਂਦਾ ਆ ਉਸ ਦੇ ਨਾਲ ਜਿਵੇਂ ਦਿਨ ਨਿਕਲਦਾ ਸੂਰਜ ਜਾਂ ਚੜ੍ਹਦਾ ਤਾਂ ਸਾਨੂੰ ਸਭ ਦਿਸਦਾ ਆ ਪਈ ਗੰਦ ਕਿੱਥੇ ਆ, ਰਾਹ ਕਿੱਥੇ ਆ, ਦਰਖਤ ਕਿੱਥੇ ਆ, ਹਨੇਰੇ ਦੇ ਵਿੱਚ ਸਾਨੂੰ ਇੰਨਾ ਨਹੀਂ ਪਤਾ ਲੱਗਦਾ। ਸੇਮ ਵੇ ਸੱਚ ਆ ਜਿਹੜਾ ਇਹਨੂੰ ਟਾਈਮ ਜ਼ਰੂਰ ਲੱਗਦਾ ਹੁੰਦਾ, ਪਰ ਅਲਟੀਮੇਟਲੀ ਸੱਚ ਆ ਜਿਹੜਾ ਜਿੱਤ ਉਹਦੀ ਹੋਣੀ ਆ। ਔਰ ਸਾਡੇ ਵਾਸਤੇ it's very important that we should rationalize. I have no objection somebody being Republican, but at the same time we should know when to say what needs to be said. ਜੇ ਅਸੀਂ ਉਸ ਵਕਤ ਉਹ ਗੱਲ ਨਹੀਂ ਕਹਿੰਦੇ ਤਾਂ ਅਸੀਂ, ਮੇਰਾ ਖਿਆਲ ਆ ਭਈ ਹਿਊਮਨਸ ਵਾਸਤੇ ਤੇ ਹਿਊਮੈਨਿਟੀ ਵਾਸਤੇ we are not doing the service which we are supposed to do. Having said that, till next time, good night, good luck.